ओके गुड मॉर्निंग स्टूडेंट्स। ਅੱਜ ਆਪਾਂ ਨਾ ਐਰਰਸ ਵਾਲਾ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ। ਟ੍ਰਾਇਲ ਬੈਲੈਂਸ ਆਪਾਂ ਕਰ ਲਿਆ ਸੀਗਾ। ਟ੍ਰਾਇਲ ਬੈਲੈਂਸ ਦੇ ਨਾਲ ਨਾ ਇੱਕ ਹੋਰ ਛੋਟਾ ਜਿਹਾ ਟੌਪਿਕ ਹੈ, ਦੈਟ ਇਜ਼ ਐਰਰਸ। ਐਰਰਸ ਮਤਲਬ ਗਲਤੀਆਂ, ਠੀਕ ਹੈ। ਸਾਡੇ ਟ੍ਰਾਇਲ ਬੈਲੈਂਸ ਚੈਪਟਰ 'ਚ ਨਾ ਦੋ ਟਾਈਪਸ ਆਫ ਗਲਤੀਆਂ ਸ਼ੋ ਕੀਤੀਆਂ ਗਈਆਂ। ਕਿਹੜੀਆਂ ਪਹਿਲੀਆਂ ਉਹ ਗਲਤੀਆਂ ਜਿਹੜੀਆਂ ਸਾਡੇ ਟ੍ਰਾਇਲ ਬੈਲੈਂਸ ਨੂੰ ਦੇਖ ਕੇ ਪਤਾ ਲੱਗ ਜਾਂਦੀਆਂ। ਫਸਟ ਇਜ਼ ਅਫੈਕਟਿੰਗ ਟ੍ਰਾਇਲ ਬੈਲੈਂਸ, ਸੈਕਿੰਡ ਇਜ਼ ਨਾਟ ਅਫੈਕਟਿੰਗ ਦ ਟ੍ਰਾਇਲ ਬੈਲੈਂਸ। ਹੁਣ ਟ੍ਰਾਇਲ ਬੈਲੈਂਸ ਹੁੰਦਾ ਕੀ ਹੈ ਬੇਟੇ? ਟ੍ਰਾਇਲ ਬੈਲੈਂਸ ਉਹੀ ਫਾਰਮੈਟ ਹੈ, ਠੀਕ ਹੈ, ਜਿਹੜਾ ਆਪਾਂ ਪੜ੍ਹਿਆ ਹੈਗਾ। ਟ੍ਰਾਇਲ ਬੈਲੈਂਸ ਬਣਾਉਂਦੇ ਹਾਂ ਆਪਾਂ। ਪਹਿਲਾ ਟਾਈਪ ਆਫ ਐਰਰ ਇਜ਼ ਜਿਹੜਾ ਟ੍ਰਾਇਲ ਬੈਲੈਂਸ ਦੇਖ ਕੇ ਪਤਾ ਲੱਗ ਜਾਂਦਾ ਹਾਂ ਵੀ ਗਲਤੀ ਹੋ ਗਈ। ਸੈਕਿੰਡ ਟਾਈਪ ਆਫ ਐਰਰ ਇਦਾਂ ਦੇ ਐਰਰ ਹੁੰਦੇ ਕਿ ਟ੍ਰਾਇਲ ਬੈਲੈਂਸ ਨੂੰ ਦੇਖ ਕੇ ਕੁਝ ਵੀ ਨਹੀਂ ਪਤਾ ਲੱਗਦਾ, ਕਿ ਟ੍ਰਾਇਲ ਬੈਲੈਂਸ ਦੇਖਣ ਨੂੰ ਸਹੀ ਲੱਗਦਾ ਬਟ ਕੁਐਸਚਨ ਦੇ ਵਿੱਚ ਗਲਤੀਆਂ ਹੁੰਦੀਆਂ। ਕੁਐਸਚਨ ਮਤਲਬ ਐਂਟਰੀਜ਼ ਦੇ ਵਿੱਚ ਗਲਤੀਆਂ ਹੁੰਦੀਆਂ। ਹੁਣ ਆਪਾਂ ਇੱਕ ਇੱਕ ਕਰਕੇ ਡਿਸਕਸ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਐਰਰਸ ਟ੍ਰਾਇਲ ਬੈਲੈਂਸ ਨੂੰ ਅਫੈਕਟ ਕਰਦੇ ਆ, ਕਿਹੜੇ ਕਿਹੜੇ ਐਰਰ ਟ੍ਰਾਇਲ ਬੈਲੈਂਸ ਨੂੰ ਅਫੈਕਟ ਨਹੀਂ ਕਰਦੇ, ਠੀਕ ਹੈ। ਓਕੇ, ਕਿਹੜੇ ਕਿਹੜੇ ਐਰਰਸ ਟ੍ਰਾਇਲ ਬੈਲੈਂਸ ਨੂੰ ਅਫੈਕਟ ਕਰਦੇ ਆ, ਕਿਹੜੇ ਕਿਹੜੇ ਐਰਰਸ ਟ੍ਰਾਇਲ ਬੈਲੈਂਸ ਨੂੰ ਅਫੈਕਟ ਨਹੀਂ ਕਰਦੇ, ਅੱਜ ਆਪਾਂ ਇਹ ਸਟੱਡੀ ਕਰਨਾ, ਠੀਕ ਹੈ। ਸਭ ਤੋਂ ਪਹਿਲਾਂ ਕਿਹੜੇ ਕਿਹੜੇ ਐਰਰਸ ਟ੍ਰਾਇਲ ਬੈਲੈਂਸ ਨੂੰ ਅਫੈਕਟ ਕਰਦੇ ਆ, ਇੱਕ ਇੱਕ ਕਰਕੇ ਸਟੱਡੀ ਕਰ ਰਹੇ ਹਾਂ। ਆਪਣੀ ਬੁੱਕਸ ਖੋਲ ਲਓ, ਉਹੀ ਡੀਕੇ ਗੋयल ਆ ਰਿਹਾ ਪਬਲਿकेशन, ठीक है। ਉਹਦਾ पेज नंबर 14.14, ठीक है, 14.14 पेज ਤੇ एरर अफेक्टिंग ट्रायल बैलेंस। नंबर 1 लिखो रॉन्ग कास्टिंग। रॉन्ग कास्टिंग। रॉन्ग कास्टिंग ਦਾ ਮਤਲਬ ਕੀ ਹੈ? ਰੌਂਗ ਕਾਸਟਿੰਗ ਦਾ ਮਤਲਬ ਹੈ ਕਿ ਜਦੋਂ ਆਪਾਂ ਕਿਸੇ ਕੈਸ਼ ਬੁੱਕ ਜਾਂ ਕਿਸੇ ਸਬਸਿਡਰੀ ਬੁੱਕ ਦੀ ਟੋਟਲਿੰਗ ਹੀ ਰੌਂਗ ਕਰ ਦਿੰਦੇ ਆ ਤਾਂ ਕੀ ਹੁੰਦਾ? ਰੌਂਗ ਕਾਸਟਿੰਗ। ਕੀ मतलब? सुनो एंड समझो। फॉर एग्जांपल ना एक कैश बुक है, ठीक है। कैश बुक ते कैश अकाउंट च फर्क की है मैं दस दिना। कैश बुक दे विच ना असी कैश प्लस बैंक दोने अकाउंट इकट्ठे बना देंगे। असी की करते हैं? असी एक अमाउंट कॉलम की बजाय दो अमाउंट कॉलम बना के क्वेश्चन करते। ਕਿਹੜੇ ਕਿਹੜੇ? ਪਹਿਲਾ ਕਾਲਮ ਕੈਸ਼ ਦਾ ਅਮਾਉਂਟ ਕਾਲਮ, ਦੂਜਾ ਬੈਂਕ ਦਾ। ਮਤਲਬ ਕਿ ਬੈਂਕ ਤੇ ਕੈਸ਼ ਇਕੱਠੇ ਦੋ ਅਕਾਊਂਟ ਅਸੀਂ ਇੱਕੋ ਅਕਾਊਂਟ ਦੇ ਵਿੱਚ ਜੋ ਬਣਾਉਂਦੇ ਤਾਂ ਆਪਾਂ ਉਹਨੂੰ ਕੀ ਬੋਲਦੇ ਹਾਂ? ਕੈਸ਼ ਬੁੱਕ, ਠੀਕ ਹੈ। ਸ਼ਾਰਟ ਦੇ ਵਿੱਚ ਦੱਸ ਰਹੇ ਹਾਂ, ਪ੍ਰੋਪਰ ਐਕਸਪਲੇਨ ਕਰਾਂਗੇ ਜਦੋਂ ਆਪਾਂ ਚੈਪਟਰ ਕਰਾਂਗੇ। ਪਹਿਲੀ ਐਰਰ ਕੀ ਹੈ ਕਿ ਹੁਣ ਜਦੋਂ ਆਪਾਂ ਰੌਂਗ ਕਾਸਟਿੰਗ ਦੀ ਗੱਲ ਕਰਦੇ ਦੈਟ ਮੀਨਸ ਕਿ ਆਪਾਂ ਜਦੋਂ ਨਾ ਇਹਦਾ ਕੈਰੀ ਡਾਊਨ ਬੈਲੈਂਸ ਕੈਲਕੂਲੇਟ ਕਰ ਰਹੇ ਹਾਂ, ਉਦੋਂ ਕੀ ਕੀਤਾ ਆਪਾਂ? ਕੈਰੀ ਡਾਊਨ ਬੈਲੈਂਸ ਕੈਲਕੂਲੇਟ ਕਰਦੇ ਹੋਏ ਬਾय बैलेंस कैरी डाउन कैलकुलेट करते हुए रॉन्ग टोटलिंग करती है। ਅਸੀਂ ਕੀ ਕਰਤੀ? ਰੌਂਗ ਟੋਟਲਿੰਗ ਕਰਤੀ। 100 ਰੁਪਿਆ ਬਣ ਰਿਹਾ ਸੀਗਾ, ਗਲਤੀ ਨਾਲ ਟੋਟਲਿੰਗ ਕਰਦੇ ਹੋਏ ਨਾ ਇੱਥੇ 200 ਰੁਪਿਆ ਹੋ ਗਿਆ ਸਾਡੇ ਤੋਂ। ਮਤਲਬ ਕਿ ਫੋਰ ਐਗਜ਼ਾਮਪਲ ਇਦਾਂ ਦਾ ਕੁਝ ਸੀਗਾ, 1600 ਇੱਧਰ ਬਣ ਰਿਹਾ ਸੀਗਾ, ਇੱਧਰ ਬਣ ਰਿਹਾ ਸੀਗਾ 1400, ਠੀਕ ਹੈ। 1400 ਨਹੀਂ 1500 ਬਣ ਰਿਹਾ ਸੀਗਾ। ਇਹੀ ਗਲਤੀ ਹੋ ਗਈ ਕਿ ਆਪਾਂ ਇੱਥੇ 1500 ਦੀ ਬਜਾਏ 1400 ਲਿਖਤਾ ਐਂਡ 200 ਰੁਪਿਆ ਆਪਾਂ ਕੈਰੀ ਡਾਊਨ ਬੈਲੈਂਸ ਲਿਖਤਾ। ਦਿਸ ਇਜ਼ ਨੋਨ ਐਜ਼ ਰੌਂਗ ਕਾਸਟਿੰਗ। ਕਾਸਟਿੰਗ ਦਾ ਮਤਲਬ ਕਿ ਜਦੋਂ ਅਸੀਂ ਟੋਟਲਿੰਗ ਕਰ ਰਹੇ ਸੀ, ਟੋਟਲਿੰਗ ਕਰਨ 'ਚ ਗਲਤੀ ਹੋ ਗਈ। ਸੋ ਜਦੋਂ ਆਪਾਂ ਹੁਣ ਟ੍ਰਾਇਲ ਬੈਲੈਂਸ ਬਣਾਵਾਂਗੇ, ਟ੍ਰਾਇਲ ਬੈਲੈਂਸ ਇਹਨੂੰ ਕਿਵੇਂ ਸ਼ੋ ਕਰਾਂਗੇ? ਦੇਖੋ ਕੈਸ਼ ਦਾ ਨਾ ਅਸੀਂ ਲਿਖਾਂਗੇ ਕੈਸ਼ ਟ੍ਰਾਇਲ ਬੈਲੈਂਸ ਦੇ ਵਿੱਚ, ਡੈਬਿਟ ਕਾਲਮ, ਕ੍ਰੈਡਿਟ ਕਾਲਮ, ਠੀਕ ਹੈ। ਹੁਣ ਚੈੱਕ ਕਰੋ ਕੈਰੀ ਡਾਊਨ ਬੈਲੈਂਸ ਕਿੱਧਰਲੀ ਸਾਈਡ ਹੈ? ਸਰ ਕ੍ਰੈਡਿਟ ਸਾਈਡ ਹੈ। ਸੋ ਜੇ ਆ ਕ੍ਰੈਡਿਟ ਸਾਈਡ ਹੈ ਤਾਂ ਆਪਾਂ ਕਿੱਧਰ ਲਿਖਾਂਗੇ? ਡੈਬਿਟ ਸਾਈਡ। ਸੋ ਡੈਬਿਟ ਸਾਈਡ ਦੇ ਵਿੱਚ 200 ਲਿਖਤਾ, ਗਲਤੀ ਨਾਲ ਲਿਖਣਾ ਕਿੰਨਾ ਸੀਗਾ? ਇਹਦਾ ਗਲਤ ਵਾਲਾ ਕਰ ਲਿਖਣਾ ਕਿੰਨਾ ਸੀ? 100। ਸੋ ਪਹਿਲੀ ਗਲਤੀ ਪਤਾ ਲੱਗ ਗਈ। ਰੌਂਗ ਕਾਸਟਿੰਗ ਮੀਨਸ ਆਪਾਂ ਜਦੋਂ ਟੋਟਲਿੰਗ ਕਰ ਰਹੇ ਸੀਗੇ ਕਿਸੇ ਕੈਸ਼ ਬੁੱਕ ਜਾਂ ਕਿਸੇ ਸਬਸਿਡਰੀ ਬੁੱਕ ਦੀ, ਉਹ ਰੌਂਗ ਕਾਸਟਿੰਗ ਹੋ ਗਈ, ਟੋਟਲਿੰਗ ਹੀ ਰੌਂਗ। ਪਹਿਲਾ ਕਲੀਅਰ ਹੈ ਪੁਆਇੰਟ? ਬॉयज क्लियर है पॉइंट? पहला स्क्रीनशॉट ले लो, पता लगेगा हाँ जी सर आ गलती हो गई थे। 1400 के बजाय कितना लिखता ਆਪਾਂ? गलती ਨਾਲ 1500 बनता 1400 ਸੀਗਾ, ਲਿਖ 1500 ਤੇ 100 ਲਿਖਣਾ ਸੀ, ਗਲਤੀ ਨਾਲ ਕਿੰਨਾ ਆ ਗਿਆ ਫਿਰ? 200। दिस इज एरर। 200 लिखता बट लिखना कितना? 100 लिखना चाहिए, गलती होगी, ठीक है। दिस इज नंबर 1 एरर, रॉन्ग कास्ट। क्लियर है? कल भी समझाया ਸੀ, ਅੱਜ मैं रिपीट कर रहा, सिर्फ रिपीट ही कर रहे हैं कि हाँ जी आह टॉपिक ਸੀਗਾ ਆਪਣਾ ਕੱਲ ਦਾ। ਕਿਸੇ ਨੂੰ ਕੋਈ ਡਾਊਟ ਤਾਂ ਨਹੀਂ? ਪਹਿਲੇ ਦੇ ਵਿੱਚ ਰੌਂਗ ਕਾਸਟਿੰਗ ਦਾ ਮਤਲਬ ਸਮਝ ਲੱਗ ਗਿਆ?
ਰੋਂਗ ਕਾਸਟਿੰਗ ਮਤਲਬ ਸਰ ਟੋਟਲਿੰਗ ਕਰਦੇ ਵੇ ਸਾਡੀ ਜਿਹੜੀ ਅਮਾਉਂਟ ਹੈ ਉਹ ਵੱਧ ਜਾਂ ਘੱਟ ਲਿਖੀ ਗਈ। 100 ਲਿਖਣਾ ਸੀ 200 ਹੋ ਗਿਆ, 100 ਲਿਖਣਾ ਸੀ 10 ਰੁਪਏ ਲਿਖੇ ਗਏ ਗਲਤੀ ਨਾਲ। ਠੀਕ ਹੈ, ਦਿਸ ਇਜ਼ ਨੋਨ ਐਸ ਟਾਈਪ 1 ਐਰਰ, ਰੋਂਗ ਕਾਸਟਿੰਗ। ਹੁਣ ਜਿਹੜੀ ਹੈ ਰੋਂਗ ਕਾਸਟਿੰਗ ਸੀਗੀ ਇਹ ਸਾਨੂੰ ਟ੍ਰਾਇਲ ਬੈਲੈਂਸ ਦੇਖ ਕੇ ਪਤਾ ਲੱਗੀ, ਬਿਕੋਜ਼ ਸਾਡਾ ਟ੍ਰਾਇਲ ਬੈਲੈਂਸ ਦਾ ਨਾ ਇੱਕ ਪਾਸਾ 100 ਰੁਪਏ ਵੱਧ ਬਣ ਰਿਹਾ ਹੋਊ। ਠੀਕ ਹੈ, ਸੈਕੰਡ ਇਜ਼ ਪੋਸਟਿੰਗ ਔਨ ਦਾ ਰੋਂਗ ਸਾਈਡ। ਸੈਕੰਡ ਕੀ ਹੈ, ਪੋਸਟਿੰਗ ਔਨ ਦਾ ਰੋਂਗ ਸਾਈਡ। ਪੋਸਟਿੰਗ ਔਨ ਦਾ ਰੋਂਗ ਸਾਈਡ, ਇਹਦਾ ਮਤਲਬ ਕੀ ਹੈ, ਸਿੰਪਲੈਸਟ ਮਤਲਬ ਇਹਦਾ। ਠੀਕ ਹੈ, ਇਹਦੇ ਵਿੱਚ ਆਪਾਂ ਕੀ ਕਹਿੰਦੇ ਆ, ਆਪਾਂ ਨਾ ਕੋਈ ਐਂਟਰੀ ਪੋਸਟ ਕਰ ਰਹੇ ਸੀਗੇ ਲੈਜਰ ਅਕਾਊਂਟ ਦੇ ਵਿੱਚ, ਗਲਤੀ ਨਾਲ ਕੀ ਹੋਇਆ, ਜਿਹੜੀ ਚੀਜ਼ ਆਪਾਂ ਡੈਬਿਟ ਸਾਈਡ ਲਿਖਣੀ ਸੀ ਆਪਾਂ ਕ੍ਰੈਡਿਟ ਸਾਈਡ ਲਿਖਤੀ। ਕੀ ਹੋਇਆ, ਰੋਂਗ ਪੋਸਟਿੰਗ ਦਾ ਮਤਲਬ ਕਿ ਗਲਤੀ ਨਾਲ ਕੀ ਹੋਇਆ ਕਿ ਆਪਾਂ ਉਹ ਚੀਜ਼ ਜਿਹੜੀ ਡੈਬਿਟ ਸਾਈਡ ਲਿਖਣੀ ਸੀ ਉਹ ਕ੍ਰੈਡਿਟ ਸਾਈਡ ਲਿਖਤੀ। ਫॉर एग्जांपल देख लियो। ठीक है, मैं एग्जांपल लिख रहा। फॉर एग्जांपल एक एंट्री ले लेंगे आप, कैश अकाउंट डेबिट टू राम। ठीक है, कैश अकाउंट डेबिट टू राम। ठीक है, किन्ने दी एंट्री ली आप, 400 रुपए की एंट्री ले लेंगे। ठीक है, सौखा जिहा काम करदे हो, तुहानूं सिंपलेस्ट वे समझा देना। 400 ਤੁਸੀਂ ਲੈਜਰ ਅਕਾਊਂਟ ਬਣਾਉਣੇ ਸਿੱਖ ਚੁੱਕੇ ਹੋ ਨਾ, ਲੈਜਰ ਅਕਾਊਂਟ ਬਣਾਉਣੇ ਆਉਂਦੇ ਨਾ। ਓਕੇ, ਆ ਐਂਟਰੀ ਦੇਖੋ ਪਹਿਲਾਂ ਤਾਂ। एंट्री इज कैश अकाउंट डेबिट टू राम, राम ਦੇ ਨਾਲ ਅਕਾਊਂਟ ਨਹੀਂ ਪਊਗਾ ਬਿਕੋਜ਼ ਨੇਮ ਹੈ। ਡੈਬਿਟ ਕਾਲਮ 'ਚ 400, ਕ੍ਰੈਡਿਟ ਕਾਲਮ 'ਚ 400, ਦਿਸ ਇਜ਼ ਅ ਜਨਰਲ ਐਂਟਰੀ। ਹੁਣ ਜਦੋਂ ਆਪਾਂ ਲੈਜਰ ਅਕਾਊਂਟ ਬਣਾਉਣੇ, ਕਿੰਨੇ ਲੈਜਰ ਬਣਨਗੇ ਸਰ, 1 ਕੈਸ਼ ਦਾ, ਸੈਕਿੰਡ ਰਾਮ ਦਾ, 2 ਲੈਜਰ ਅਕਾਊਂਟ। ਚਲੋ ਆਪਾਂ 2 ਲੈਜਰ ਅਕਾਊਂਟ ਬਣਾ ਲੈਂਦੇ ਹਾਂ। ਸਰ ਦਿਸ ਇਜ਼ ਲੈਜਰ ਅਕਾਊਂਟ ਨੰਬਰ 1, ਦਿਸ ਇਜ਼ ਲੈਜਰ ਅਕਾਊਂਟ ਨੰਬਰ 2। ਪਹਿਲਾ ਇਜ਼ ਕੈਸ਼, ਦੂਜਾ ਇਜ਼ ਰਾਮ। ठीक है, डेट कॉलम भी हुंदा, सो पहला डेट कॉलम, फिर पर्टिकुलर कॉलम, फिर अमाउंट। डेट पर्टिकुलर अमाउंट। ठीक है, डेट पर्टिकुलर अमाउंट, डेट पर्टिकुलर अमाउंट। ठीक है, मान लो दिस इज योर लेजर अकाउंट। ठीक है, ओके। इस बार की है, ਹੁਣ ਨਾ ਆਪਾਂ ਦੀ ਪੋਸਟਿੰਗ ਕਰ ਰਹੇ ਸੀਗੇ, ਮੈਂ ਤੁਹਾਨੂੰ ਦੱਸੂਗਾ ਕਿ ਗਲਤੀ ਕੀ ਹੋ ਗਈ। ਕੈਸ਼ ਦੇ ਵਿੱਚ ਲਿਖਣਾ 2 ਰਾਮ। ਠੀਕ ਹੈ, ਮੈਂ ਇੱਥੇ ਲਿਖਤਾ 2 ਰਾਮ 400। ठीक है, ਰਾਮ ਦੇ ਵਿੱਚ ਲਿਖਣਾ ਸੀ ਬਾਈ ਕੈਸ਼, ਬਟ ਮੈਂ ਗਲਤੀ ਨਾਲ ਕੀ ਕਰਤਾ, ਇੱਥੇ ਵੀ 2 ਕੈਸ਼ ਲਿਖਤਾ। ਸਮਝ ਲੱਗੀ ਗਲਤੀ, ਰੋਂਗ ਪੋਸਟਿੰਗ। ਹੁਣ ਮੈਂ ਕੀ ਕੀਤਾ, ਰੋਂਗ ਪੋਸਟਿੰਗ ਦਾ ਮਤਲਬ ਕੀ ਹੈ ਕਿ ਦੇਖੋ, ਪੋਸਟ ਕੀ ਕਰਨਾ ਸੀਗਾ, ਮੈਂ ਆ ਕੈਸ਼ ਇੱਥੇ ਨਹੀਂ ਲਿਖਣਾ ਸੀ, ਮੈਂ ਕੈਸ਼ ਕਿੱਧਰ ਲਿਖਣਾ ਸੀ, ਇੱਥੇ ਲਿਖਣਾ ਸੀਗਾ। ਰੋਂਗ ਪੋਸਟਿੰਗ ਦਾ ਮਤਲਬ ਕਿ ਜਦੋਂ ਆਪਾਂ ਉਹ ਐਂਟਰੀ ਨੂੰ ਲੈਜਰ ਦੇ ਵਿੱਚ ਪੋਸਟ ਕਰ ਰਹੇ ਸੀਗੇ, ਲੈਜਰ 'ਚ ਲਿਖ ਰਹੇ ਸੀਗੇ, ਤਾਂ ਕੀ ਹੋ ਗਿਆ, ਗਲਤੀ ਹੋ ਗਈ। ਆਪਾਂ ਉਹਨੂੰ ਕ੍ਰੈਡਿਟ ਸਾਈਡ ਲਿਖਣਾ ਸੀ, ਗਲਤੀ ਨਾਲ ਕਿੱਧਰ ਲਿਖਤਾ, ਡੈਬਿਟ ਸਾਈਡ ਲਿਖਤਾ। ਠੀਕ ਹੈ, ਸਮਝ ਲੱਗੀ ਨਾ। ਰੋਂਗ ਪੋਸਟਿੰਗ ਦਾ ਮਤਲਬ ਕੀ ਹੁੰਦਾ, ਪੋਸਟਿੰਗ ਦਾ ਰੋਂਗ ਸਾਈਡ ਦਾ ਮਤਲਬ ਕੀ ਹੁੰਦਾ ਕਿ ਜਿਵੇਂ ਆਪਾਂ ਐਂਟਰੀ ਨੂੰ ਪੋਸਟ ਕਰਨਾ ਸੀ, ਕੈਸ਼ ਅਕਾਊਂਟ ਡੈਬਿਟ ਟੂ ਰਾਮ, ਕੈਸ਼ ਦੇ ਵਿੱਚ 2 ਰਾਮ ਲਿਖਤਾ, ਬਿਲਕੁਲ ਸਹੀ ਲਿਖਤਾ, ਬਟ ਰਾਮ ਦੇ ਵਿੱਚ ਲਿਖਣਾ ਸੀ ਬਾय ਕੈਸ਼, ਆਪਾਂ ਗਲਤੀ ਨਾਲ ਕੀ ਕਰਤਾ, 2 ਕੈਸ਼ ਲਿਖਤਾ। ਠੀਕ ਹੈ, ਆਪਾਂ ਹਿਊਮਨ ਬੀਇੰਗ ਹੈ, ਹਿਊਮਨ ਬੀਇੰਗ 'ਚ ਇੰਨੀ ਗਲਤੀ ਹੋ ਜਾਂਦੀ ਹੈ। ਸੋ ਦਿਸ ਇਜ਼ ਐਰਰ ਨੰਬਰ 2। ਐਰਰ ਨੰਬਰ 2 ਕੀ ਹੈ, ਪੋਸਟਿੰਗ ਔਨ ਦਾ ਰੋਂਗ ਸਾਈਡ। ਆਪਾਂ ਕੀ ਕੀਤਾ, ਗਲਤੀ ਨਾਲ ਜਦੋਂ ਪੋਸਟ ਕਰ ਰਹੇ ਸੀ ਉਹਨੂੰ ਲੈਜਰ ਅਕਾਊਂਟ 'ਚ ਲਿਖ ਰਹੇ ਸੀਗੇ, ਗਲਤੀ ਨਾਲ ਉਹ ਲੈਜਰ ਅਕਾਊਂਟ ਜੇ ਸੀ ਗਲਤ ਸਾਈਡ ਤੇ ਲਿਖ ਬੈਠੇ। ਆਪਾਂ ਲਿਖਣਾ ਕਿੱਧਰ ਸੀਗਾ, ਆਪਾਂ ਲਿਖਣਾ ਕ੍ਰੈਡਿਟ ਸਾਈਡ ਸੀਗਾ, ਬਟ ਲਿਖ ਕਿੱਧਰ ਦਿੱਤਾ, ਡੈਬਿਟ ਸਾਈਡ ਤੇ ਲਿਖ ਦਿੱਤਾ। ਵॉइस क्लियर है, ਇਹਦਾ ਵੀ ਸਕਰੀਨਸ਼ਾਟ ਲੈ ਲਓ। हो गया, हैंड रेस कर दियो जे समझ लग गया एंड स्क्रीनशॉट ले लिया, दोनों काम कर ले तो हैंड रेस कर दियो। ओके, क्लियर है ना बॉयज, जितना करवाया है तक। पहले 2 एरर समझ लगे, रॉन्ग कास्टिंग एंड पोस्टिंग ऑन द रॉन्ग साइड, दोनों क्लियर हो गए। ठीक है, थर्ड इज पोस्टिंग ऑफ अ रॉन्ग अमाउंट। थर्ड इज पोस्टिंग ऑफ अ रॉन्ग अमाउंट। पोस्टिंग ऑफ अ रॉन्ग अमाउंट का मतलब की है कि अब पोस्टिंग तो बिल्कुल सही करती, बट अमाउंट गलत पोस्ट करती। मैं वो भी दसदा भी, वो भी की दूंगा। लगभग मैं सेम ही लेना एग्जांपल। पोस्टिंग ऑफ द wrong error number 3, posting of the wrong amount।
सो दिस इज योर लेजर्स से फॉर्मेट है, लगभग मैं सेम ही ले रहे हैं क्वेश्चन, ठीक है, सेम एग्जांपल ले रहे हैं, चेक कर लो। पोस्टिंग ऑफ द रॉन्ग अमाउंट, एंट्री की है, फॉर एग्जांपल ले रहे हैं कैश अकाउंट डेबिट टू राम 400 की होया, ਆਪਾਂ ਜਦੋਂ पोस्ट कर रहे थे कैश की लिखना टू राम, बिल्कुल सही है, टू राम, ठीक है, एंड राम च लिखना बाय कैश कि ਆਪਾਂ पोस्टिंग तो सही की है, पर पता की होया 400 रुपए लिखना सीगा, ਇੱਥੇ ਲਿਖਤਾ 400, ਬਿਲਕੁਲ ਸਹੀ ਲਿਖਤਾ, ਇੱਥੇ ਨਾ ਗਲਤੀ ਨਾਲ 400 ਦੀ ਥਾਂ ਤੇ ਨਾ 1400 ਲਿਖਿਆ ਗਿਆ, ਜਾਂ 400 ਦੀ ਥਾਂ ਤੇ 40 ਰੁਪਏ ਰਹਿ ਗਏ, ਜਾਂ 400 ਦੀ ਥਾਂ ਤੇ 4000 ਰੁਪਇਆ ਹੋ ਗਿਆ। ਹੁਣ ਐਂਟਰੀ ਗਲਤੀ ਨੰਬਰ 2 ਕੀ ਹੈ ਕਿ ਸਰ ਪੋਸਟਿੰਗ ਤਾਂ ਸਹੀ ਕੀਤੀ ਹੈ, ਸਹੀ ਸਾਈਡ ਤੇ ਪੋਸਟਿੰਗ ਹੋਈ ਹੈ, ਬਟ ਕੀ ਹੋ ਗਿਆ ਅਮਾਉਂਟ ਦੀ ਗਲਤੀ ਹੋ ਗਈ, ਅਮਾਉਂਟ ਗਲਤ ਲਿਖ, ਡੈਬਿਟ ਤੇ ਕ੍ਰੈਡਿਟ ਮੈਚ ਨਹੀਂ ਨਾ ਕਰ ਰਹੇ, ਇਹਦਾ ਹੀ ਮਤਲਬ समझ लगे। थर्ड, पोस्टिंग ऑफ द रॉन्ग अमाउंट का मतलब की है कि पोस्ट तो बिल्कुल सही किया बट अमाउंट गलत हो गया, अमाउंट कितना सीगा 400 सीगा, गलती ना कितना लिखता 1400, दिस इज नोन एज एरर नंबर 3, पोस्टिंग ऑफ रॉन्ग अमाउंट। क्लियर है? ठीक है बॉयज, क्लियर है? स्क्रीनशॉट ले लो। पोस्टिंग ऑफ द रॉन्ग साइड का मतलब सीगा कि रॉन्ग साइड से पोस्ट करती है, अमाउंट सही सीगी। पोस्टिंग ऑफ द रॉन्ग अमाउंट का मतलब की है कि पोस्ट सही किया, सही साइड से पोस्ट किया बट अमाउंट गलत लिखती। समझ लगी? दोने गलत नहीं, एक गलत, दोने भी गलत हो सकती हैं, एक भी गलत हो सकती है, ठीक है, तो उसका कोई चक्कर नहीं है, ठीक है, क्लियर है बॉयज? क्लियर है? स्क्रीनशॉट ले लिया? एरर नंबर 3 भी क्लियर है? ओके बिल्कुल। Okay, what is error number 4? Omission of posting on the one side of the entry. Omission of posting the one side entry. Omission ਦਾ ਮਤਲਬ ਬੇਟੇ ਕੀ ਹੁੰਦਾ? Omission ਦਾ ਮਤਲਬ ਹੁੰਦਾ ਭੁੱਲ ਜਾਣਾ। Omission ਦਾ ਮਤਲਬ ਕੀ ਹੁੰਦਾ? ਭੁੱਲ ਜਾਣਾ। ਕਿ ਜਦੋਂ ਅਸੀਂ ਐਂਟਰੀ ਪਾਸ ਕੀਤੀ, ਐਂਟਰੀ ਪਾਸ ਕਰਕੇ ਅਸੀਂ ਲੈਜਰ ਅਕਾਊਂਟ 'ਚ ਪੋਸਟਿੰਗ ਕਰ ਰਹੇ ਸੀਗੇ, ਉਦੋਂ ਕੀ ਹੋਇਆ ਕਿ ਅਸੀਂ ਇੱਕ ਸਾਈਡ ਪੋਸਟ ਕਰਨ ਲਈ ਭੁੱਲ ਗਏ। ਕੀ ਹੈ ਮੈਂ ਦੁਬਾਰਾ ਦੱਸ ਦਿੰਦਾ, omission of posting on one side, ठीक है, ध्यान नाल देखो मैं की कह रहा। फोर्थ इज ओमिशन ऑफ पोस्टिंग ऑन वन साइड। एंट्री सी कैश अकाउंट डेबिट टू राम 400 दो लेजर बनने हैं, दो लेजर बनाते हुन की होया कैश दे विच तां टू राम लिख के मैं 400 रुपया लिखता बट राम दे विच 400 लिखना ही भुल गया। ओमिशन का मतलब की है भुल ही जाना कि एक साइड तां लिख देना, दूसरी साइड नूं लिखना ही भुल जाना, दिस इज नोन एज ओमिशन ऑफ पोस्टिंग ऑन वन साइड। एक साइड होगी, एक साइड पे पोस्ट करना ही भुल गए। क्लियर हो गया? ओमिशन ऑफ पोस्टिंग ऑन वन साइड ਦਾ ਮਤਲਬ ਕਿ ਜਦੋਂ ਐਂਟਰੀ ਨੂੰ ਪੋਸਟ ਕਰ ਰਹੇ ਸੀਗੇ ਦੋ ਲੈਜਰਸ 'ਚ ਪੋਸਟ ਹੁੰਦੀ ਹੈ, ਇੱਕ ਵਿੱਚ ਕਰਤੀ, ਇੱਕ 'ਚ ਕਰਨੀ ਭੁੱਲ ਗਈ। ਸਮਝ ਲੱਗ ਗਿਆ ਬॉयज? ਬॉयज ਕੋਈ ਡਾਊਟ ਹੈ? ओमिशन ऑफ पोस्टिंग ऑन वन साइड ਦਾ ਮਤਲਬ ਕਿ ਐਂਟਰੀ ਪਾਸ ਹੋਈ ਵੀ ਸੀ, ਐਂਟਰੀ ਪਾਸ ਤੋਂ ਜਦੋਂ ਆਪਾਂ ਲੈਜਰਸ ਵਿੱਚ ਪੋਸਟਿੰਗ ਕਰ ਰਹੇ ਸੀਗੇ, ਇੱਕ ਪੋਸਟਿੰਗ ਕਰਤੀ, ਦੂਜੀ ਪੋਸਟਿੰਗ ਕਰਨੀ ਭੁੱਲ ਗਈ। ओमिशन ਦਾ ਮਤਲਬ ਭੁੱਲ ਜਾਣਾ। ਓਕੇ ਬਿਲकुल बॉयज, ओके है? स्क्रीनशॉट ले लो एक मिनट। ओके, स्क्रीनशॉट ले लिया? ठीक है। What is next error? Double posting in a single account. Double posting in a single account. Error number 5. Double posting in a single account. ठीक है, सेम एग्जांपल ਨਾਲ ਚੱਲਾਂਗੇ ਆਪਾਂ, ਧਿਆਨ ਨਾਲ ਸਮਝ ਲਿਓ। ਡਬਲ ਪੋਸਟਿੰਗ ਇਨ ਅ ਸਿੰਗਲ ਅਕਾਊਂਟ, ਇਹਦਾ ਕੀ ਮਤਲਬ ਹੈ? ਜਿਵੇਂ ਐਂਟਰੀ ਸੀਗੀ ਕੈਸ਼ ਅਕਾਊਂਟ ਡੈਬਿਟ ਟੂ ਰਾਮ 400 ਕੀ ਹੋਇਆ ਗਲਤੀ ਨਾਲ ਜਦੋਂ ਆਪਾਂ ਇਹਦੀ ਪੋਸਟਿੰਗ ਕਰ ਰਹੇ ਸੀ ਕੈਸ਼ ਦੇ ਵਿੱਚ ਟੂ ਰਾਮ ਲਿਖਤਾ 400,
इधर बाय कैश लिखता 400। गलती नाल की होया असी एक अकाउंट दे विच एक चीज नू 2 बार लिखता। समझ लगी? गलती नाल की होया असी एक अकाउंट दे विच एक चीज नू 2 बार लिख दूजे पासे ते एक ही लिखिया सीगा। आप बिल्कुल सही है, इत्थे तक बिल्कुल सही काम होयागा। एक्चुअली की होया कि जदों ना मैं एंट्री पास की लाइट चली गई। एग्जांपल ले लेंदे, लाइट चली गई, मैं किया जो लाइट आई उस बाद मैं दोबारा मैनू याद है कि मैं आ चीज़ कर चुका है, फिर मैं आ चीज़ दोबारा करती। फिर की होया कि आ चीज़ 2 बारी पास हो गई कि आज जिवें मान लो कि आपां पहलों गल कीती सी कि अकाउंटेंट है, अज अकाउंटेंट नहीं आया, मैं की कीता, मैं ना अद्धी एंट्री पोस्ट करती सी, मैं राम दे खाते च लिखता, मैं कैश ਦੇ ਵਿੱਚ 400 ऐड कर लिया ਸੀਗਾ, बट राम ਦੇ अकाउंट 'ਚ लिखना ਰਹਿੰਦਾ ਸੀ। मैं ਕਿਹਾ ਕੱਲ अकाउंटेंट ਆਊਗਾ वो अपने आप लिख लूगा। अगले दिन अकाउंटेंट आया, अकाउंटेंट ने राम ਦੇ अकाउंट 'ਚ भी लिखता था, कैश बुक 'ਚ भी लिखता। बल्कि यार कैश बुक 'ਚ ਤਾਂ मैं पहले लिख चुका है क्योंकि मैं अपना कैश मेंटेन करके रखना है। नेक्स्ट डे अकाउंटेंट आया, ਉਹਨੇ ਦੇਖਿਆ ਕਿ ਕੱਲ ਦੀ ਐਂਟਰੀ ਪੋਸਟ ਨਹੀਂ ਹੋਈਆਂ ਵੀ, ਸੋ ਉਹਨੇ ਐਂਟਰੀ ਪੋਸਟ ਕਰਤੀ। ਸੋ ਆ ਤਾਂ ਬਿਲਕੁਲ ਸਹੀ ਕੰਮ ਹੋ ਗਿਆ, ਵੀ ਆ ਤਾਂ ਕਰਨਾ ਹੀ ਕਰਨਾ ਸੀਗਾ। ਇੱਧਰ ਕੀ ਹੋ ਗਿਆ, ਇੱਧਰ ਉਹਨੇ ਆਪਣੇ ਬਿਹਾਫ ਤੇ ਸਹੀ ਕੀਤਾ, ਬਟ ਮੈਂ ਪਹਿਲੇ ਹੀ ਕਰ ਚੁੱਕੇ ਸੀ ਆਹ ਵਾਲਾ ਕੰਮ ਤਾਂ। ਸੋ ਆਹ ਕੰਮ ਕੀ ਹੋ ਗਿਆ, ਡਬਲ ਹੋ ਗਿਆ। ਸਮਝ ਲੱਗੀ? ਡਬਲ ਪੋਸਟਿੰਗ ਨਾ ਸਿੰਗਲ ਅਕਾਊਂਟ ਦਾ ਮਤਲਬ ਜਦੋਂ ਐਂਟਰੀ ਪੋਸਟ ਕਰ ਰਹੇ ਸੀਗੇ ਉਹਦੀ ਇੱਕ ਅਕਾਊਂਟ, ਜਿਵੇਂ 2 ਲੈਜਰ ਅਕਾਊਂਟ ਹੁੰਦੇ, ਇੱਕ ਲੈਜਰ ਅਕਾਊਂਟ ਦੇ ਵਿੱਚ ਆਪਾਂ ਡਬਲ ਵਾਰ ਪੋਸਟਿੰਗ ਕਰਤੀ। ठीक है, क्लियर हो गया? ओके ना? बिल्कुल। आप स्क्रीनशॉट ले लो, जो कोई डाउट है तो ऑडियो ऑन करके पूछ लो। ओके बिल्कुल ओके। स्क्रीनशॉट हो गया ना? जो रहिंदा तो मैनू भाई ऑडियो ऑन करके दस दसा स्क्रीनशॉट रहिंदा गा। ठीक है, एरर नंबर 6, एरर ऑफ रॉन्ग टोटलिंग ऑफ लेजर अकाउंट। ठीक है, ਹੁਣ ਨਾ ਆਪਾਂ ਨੂੰ ਪਤਾ ਹੈਗਾ ਕਿ ਸਾਡੇ ਜਿਹੜੇ ਅਕਾਊਂਟਸ ਉਹਦੇ ਵਿੱਚ ਮਲਟੀਪਲ ਲੈਜਰਸ ਅਕਾਊਂਟ ਹੋਣਗੇ। ਮਲਟੀਪਲ ਕੀ ਹੋਣਗੇ? ਲੈਜਰਸ ਅਕਾਊਂਟ। ਅਲੱਗ-ਅਲੱਗ ਲੈਜਰ ਬਣੇ, कैश का लेजर होगा, सेल्स का लेजर होगा, परचेज का लेजर होगा, ठीक है, कैपिटल का लेजर होगा, बैंक का लेजर अकाउंट होगा, न्यूमरस ऑफ लेजर अकाउंट होंगे। ठीक है, कितने बड़े लेजर अकाउंट होंगे? न्यूमरस ऑफ लेजर अकाउंट होंगे। ठीक है, दोबारा तो दस्यो जी। दोबारा दस देना, रोको एक मिनट। अपना लास्ट एरर इज एरर ऑफ रॉन्ग टोटलिंग ऑफ लेजर अकाउंट। ਹੁਣ ਸਾਡੇ ਜਿਹੜੇ ਬੁੱਕਸ ਆਫ ਅਕਾਊਂਟ ਹੁੰਦੇ ਆ, ਹੁਣ ਜਿਵੇਂ ਆਪਾਂ ਇੱਕ ਕੁਐਸਚਨ ਕੀਤਾ ਹੈਗਾ ਜਿਹਦੇ ਆਪਾਂ 5 ਐਂਟਰੀ ਕੀਤੀ ਸੀ, ਉਹ 'ਚ ਆਪਣੇ 12 ਲੈਜਰ ਅਕਾਊਂਟ ਬਣੇ ਸੀਗੇ। ਸੋ ਇੱਕੋ ਕੁਐਸਚਨ ਦੇ ਵਿੱਚ ਮਲਟੀਪਲ ਲੈਜਰਸ ਅਕਾਊਂਟ ਹੋਣਗੇ। ਹੁਣ ਜਦੋਂ ਇੱਕ ਤੋਂ ਵੱਧ ਲੈਜਰ ਅਕਾਊਂਟ ਹੁੰਦੇ ਆ ਕਿ ਹੁਣ ਗਲਤੀ ਦੇ ਚਾਂਸਿਸ ਉਨੇ ਵੱਧ ਜਾਂਦੇ ਆ। ਹੁਣ ਜਦੋਂ ਆਪਾਂ ਦੀ ਟੋਟਲਿੰਗ ਕਰਕੇ ਕੈਰੀ ਡਾਊਨ ਫਿਗਰ ਕੈਲਕੂਲੇਟ ਕਰਨਾ, ਆਪਣਾ ਮੇਨ ਚੀਜ਼ ਕੀ ਹੁੰਦੀ ਹੈ? ਕੈਰੀ ਡਾਊਨ ਫਿਗਰ ਕੈਲਕੂਲੇਟ ਕਰਨਾ। ਜਦੋਂ ਆਪਾਂ ਕੈਰੀ ਡਾਊਨ ਫਿਗਰ ਕੈਲਕੂਲੇਟ ਕਰ ਰਹੇ ਹੋਵਾਂਗੇ ਤਾਂ ਕਈ ਵਾਰ ਕੀ ਹੋ ਜਾਂਦਾ, ਕਈ ਵਾਰ ਕੋਈ ਨਾ ਕੋਈ ਗਲਤੀ ਹੋ ਜਾਂਦੀ, ਕਿਉਂਕਿ ਟੋਟਲਿੰਗ ਦੀ ਗਲਤੀ ਤਾਂ ਨਾਰਮਲ ਜੀ ਗੱਲ ਹੈ। ਠੀਕ ਹੈ, ਆਪਾਂ ਜਦੋਂ ਕੈਰੀ ਡਾਊਨ ਫਿਗਰਸ ਕੱਢ ਰਹੇ ਸੀਗੇ, ਟੋਟਲਿੰਗ ਕਰ ਰਹੇ ਸੀ ਦੋਨੇ ਸਾਈਡ ਦੇ ਉੱਤੇ, ਗਲਤੀ ਨਾਲ ਕੀ ਹੋਇਆ, ਛੋਟੀ ਜੀ ਨਾ ਕੈਲਕੂਲੇਸ਼ਨ ਮਿਸਟੇਕ ਹੋ ਗਈ। ਜੇ ਛੋਟੀ ਜੀ ਵੀ ਕੈਲਕੂਲੇਸ਼ਨ ਮਿਸਟੇਕ ਹੋ ਗਈ ਤਾਂ ਉਹਦਾ ਇਫੈਕਟ ਕਿੱਥੇ ਸ਼ੋ ਹੋਊਗਾ? ਟ੍ਰਾਇਲ ਬੈਲੈਂਸ ਸ਼ੋ ਹੋਊਗਾ। ਮੰਨ ਲਓ ਕਿ ਟੋਟਲਿੰਗ ਕਰਕੇ ਨਾ ਮੇਰਾ ਇੱਥੇ 100 ਰੁਪਏ ਬਣਦਾ ਸੀਗਾ, ਬਟ ਜਦੋਂ ਮੈਂ ਟੋਟਲਿੰਗ ਆਪਣੀ ਕੀਤੀ, ਰੋਂਗ ਟੋਟਲਿੰਗ 100 ਬਣ ਰਹੀ ਹੈ, ਬਟ ਜਿਹੜੀ ਕਰੈਕਟ ਟੋਟਲਿੰਗ ਸੀਗੀ ਉਹ ਬਣਦੀ ਸੀਗੀ 110 ਰੁਪਏ। 10 ਰੁਪਏ ਦਾ ਵੀ ਜੇ ਫਰਕ ਆ ਗਿਆ ਨਾ, ਫਿਰ ਪਤਾ ਕੀ ਹੋਊਗਾ? ਜਦੋਂ ਆਪਾਂ ਟ੍ਰਾਇਲ ਬੈਲੈਂਸ ਬਣਾ ਰਹੇ ਹੋਵਾਂਗੇ, ਕੈਸ਼ ਲਿਖ ਕੇ ਆਪਾਂ ਇੱਥੇ ਲਿਖਣਾ ਸੀਗਾ 110, ਆਪਾਂ ਕਿੰਨਾ ਲਿਖਿਆ ਹੋਊਗਾ? 100। ਸਾਰੇ ਲੈਜਰ ਲਿਖ ਕੇ ਆਪਾਂ ਇੱਥੇ ਉਹਦੀ ਟੋਟਲਿੰਗ ਲਿਖੀ ਹੋਊਗੀ। ਠੀਕ ਹੈ, ਜਦੋਂ ਆਪਾਂ ਦੋਨੇ ਸਾਈਡ ਲੈਜਰ ਦੇ ਮੈਚ, ਟ੍ਰਾਇਲ ਬੈਲੈਂਸ ਦੇ ਮੈਚ ਕਰਾਂਗੇ ਨਾ, ਪਤਾ ਕੀ ਫਰਕ ਪਊਗਾ? ਇੱਥੇ ਤੁਹਾਡਾ ਬਣਿਆ ਹੋਊਗਾ 99,090, 99,990। ठीक है, इधर बन रहा होगा पूरा 1 लाख रुपीज, क्योंकि एक साइड की टोटलिंग का फर्क पै गया, क्योंकि एक लैजर की रॉन्ग टोटलिंग होगी, 10 रुपए का फर्क आ गया।
ਸੋ ਜਦੋਂ ਆਪਾਂ ਨਾ ਦੋਨੇ ਸਾਈਡ ਮੈਚ ਕਰਾਂਗੇ ਤਾਂ ਵੀ 10 ਰੁਪਏ ਦਾ ਫਰਕ ਉਹ ਸ਼ੋ ਹੋ ਰਿਹਾ ਹੋਊਗਾ। ਇਹ ਫਰਕ ਜਿਹੜੇ ਆ ਇਹਨਾਂ ਨੂੰ ਆਪਾਂ ਇਹੀ ਬੋਲਦੇ ਕਿ ਦਿਸ ਅਫੈਕਟ ਦਾ ਟ੍ਰਾਇਲ ਬੈਲੈਂਸ। ਪਹਿਲੇ ਕਿਹੜੇ ਸੀਗੇ ਅਫੈਕਟਿੰਗ ਦਾ ਟ੍ਰਾਇਲ ਬੈਲੈਂਸ, ਜਿਹੜੇ 6 ਦੇ 6 ਪੁਆਇੰਟ ਕਰਾਏ ਸਾਰੇ ਇਹਨਾਂ ਟ੍ਰਾਇਲ ਬੈਲੈਂਸ ਨੂੰ ਅਫੈਕਟ ਕਰਦੇ। ਠੀਕ ਹੈ, ਆ ਟ੍ਰਾਇਲ ਬੈਲੈਂਸ ਦਾ ਫਾਰਮੈਟ ਆਪਾਂ ਅਕਾਊਂਟ ਦਾ ਲੈਜਰ ਦਾ ਨਾਮ ਲਿਖ ਕੇ ਅਮਾਊਂਟ ਦਾ ਲੈਜਰ ਡੈਬਿਟ ਕਾਲਮ ਕ੍ਰੈਡਿਟ ਕਾਲਮ। ਇਨ ਡੈਬਿਟ ਚ ਕਿਉਂ ਲਿਖਿਆ, ਕ੍ਰੈਡਿਟ ਔਨ ਫਿਗਰ ਕਿੱਧਰਲੀ ਸਾਈਡ ਆ, ਕ੍ਰੈਡਿਟ ਸਾਈਡ ਹੈ, ਸੋ ਆਪੋਜ਼ਿਟ ਸਾਈਡ ਕਿਹੜੀ ਹੈ, ਡੈਬਿਟ ਸਾਈਡ। ਇੱਧਰ ਆਪਾਂ ਡੈਬਿਟ ਸਾਈਡ 'ਚ ਲਿਖਣਾ ਸੀਗਾ। ਜਿਹੜੀ ਇਹ 10 ਰੁਪਏ ਦੀ ਗਲਤੀ ਹੈ, ਇਹ 10 ਰੁਪਏ ਦੀ ਗਲਤੀ ਸਾਡੀ ਰੌਂਗ ਟੋਟਲਿੰਗ 'ਚ ਸ਼ੋ ਹੋ ਰਹੀ ਹੋਊਗੀ, ਟੋਟਲ ਮੈਚ ਨਹੀਂ ਕਰੂਗਾ ਸਾਡੇ ਕੁਐਸਚਨ ਦਾ, ਤਾਂ ਸਾਨੂੰ ਪਤਾ ਲੱਗ ਜਾਊਗਾ ਹਾਂਜੀ ਗਲਤੀ ਹੈ ਕੁਐਸਚਨ ਦੇ ਵਿੱਚ। ਠੀਕ ਹੈ, ਕਲੀਅਰ ਹੋ ਗਿਆ। ਰੌਂਗ ਟੋਟਲਿੰਗ ਦਾ ਮਤਲਬ ਹੈ ਕਿ ਕਿਸੇ ਵੀ ਲੈਜਰ ਅਕਾਊਂਟ ਦਾ ਟੋਟਲਿੰਗ ਜੇ ਰੌਂਗ ਹੋ ਗਿਆ ਤਾਂ ਸਾਡਾ ਜਿਹੜਾ ਟੋਟਲ ਬਣੂਗਾ ਡੈਬਿਟ ਕ੍ਰੈਡਿਟ ਦਾ ਉਹ ਮੈਚ ਨਹੀਂ ਕਰੂਗਾ, ਉੱਥੋਂ ਪਤਾ ਲੱਗ ਜੂਗਾ ਹਾਂਜੀ ਸਾਡਾ ਕੁਐਸਚਨ ਗਲਤ ਹੋ ਗਿਆ। ਕਲੀਅਰ ਹੈ ਬॉयज, ਓਕੇ ਆ, ਸਕਰੀਨਸ਼ॉट ਲੈ ਲਓ। ਲਗਭਗ ਆਪਣਾ ਟੌਪਿਕ ਅੱਜ ਦਾ ਖਤਮ ਹੈ। ਠੀਕ ਹੈ, ਐਂਡ ਆ ਜਿਹੜੇ ਸਾਰੇ ਤੁਹਾਨੂੰ ਮੈਂ ਕਰਵਾਏ ਆ ਇਹਨੂੰ ਆਪਣੀ ਨੋਟਬੁੱਕ 'ਤੇ ਨੋਟ ਕਰਨਾ ਗਾ। ਠੀਕ ਹੈ, ਇੱਕ ਇੱਕ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਐਰਰ ਦਾ ਕੀ ਫਰਕ ਪਊਗਾ, ਕਿਹੜੇ ਐਰਰਸ ਦਾ ਕੀ ਮਤਲਬ ਹੈ। ਠੀਕ ਹੈ, ਸਕਰੀਨਸ਼ॉट ਲੈ ਲਓ ਐਂਡ ਅੱਜ ਦਾ ਕੰਮ ਖਤਮ ਹੈ ਲਗਭਗ।